TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ, ਸਭ ਤੋਂ ਪਹਿਲਾਂ ਪੰਛੀ ਝਾਤ ਉਹਨਾਂ ਦੇ ਉੱਤੇ ਮਾਰੀਏ। ਪਾਕਿਸਤਾਨ ਵਿੱਚ ਗੁਰਦੀਪ ਸਿੰਘ ਨੇ ਰਚਿਆ ਇਤਿਹਾਸ। ਆਸਟ੍ਰੇਲੀਆ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧੀ ਅਤੇ ਹਮਾਇਤੀ ਆਪਸ ਵਿੱਚ ਭਿੜੇ। ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਇੱਕ ਵਾਰ ਫਿਰ ਅਲਾਪਿਆ ਪੁਰਾਣਾ ਰਾਗ। ਦਿੱਲੀ ਪੁਲਿਸ ਦੀ ਸ਼ਰਮਨਾਕ ਕਾਰਵਾਈ, ਮ੍ਰਿਤਕ ਕਿਸਾਨ ਨੂੰ ਭੇਜਿਆ ਕਾਨੂੰਨੀ ਨੋਟਿਸ। ਕੇਂਦਰ ਨੇ ਪੰਜਾਬ ਨੂੰ ਦਿੱਤਾ ਵੱਡਾ ਝਟਕਾ, ਪੰਜਾਬ ਤੇ ਚੌਲ ਲੈਣ ਤੋਂ ਕੀਤਾ ਇਨਕਾਰ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਹੱਥ ਮਜ਼ਬੂਤ ਕਰਨ ਲਈ ਸ਼ਿਵ ਸੈਨਾ ਨੇ ਲਿਆ ਵੱਡਾ ਫੈਸਲਾ। ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਡੇਰਾ ਪ੍ਰੇਮੀ ਭਗੌੜਾ ਕਰਾਰ ਅਤੇ ਸਾਬਕਾ ਪੁਲਿਸ ਮੁਖੀ ਸੈਣੀ ਦੀ ਗ੍ਰਿਫਤਾਰੀ ਤੇ ਲੱਗੀ ਰੋਕ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ ਜੀ। ਆਓ ਹੁਣ ਇਹਨਾਂ ਖਬਰਾਂ ਦੀ ਸਾਰ ਲਈਏ। ਸਭ ਤੋਂ ਪਹਿਲਾਂ ਉਹ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਾਲੇ ਪਾਸੋਂ ਖਬਰ ਮਿਲੀ ਹੈ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਸਿੱਖ ਭਾਈਚਾਰਾ ਹੈ। ਇੱਕ ਸਿੱਖ ਵਿਅਕਤੀ ਨੇ ਇਤਿਹਾਸ ਸਿਰਜਿਆ ਤੇ ਖਬਰ ਕੀ ਹੈ ਉਹਦੀ ਆਓ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰੀਏ। ਪਾਕਿਸਤਾਨ ਦੇ ਵਿੱਚ ਸੈਨੇਟ ਚੋਣਾਂ ਹੋਈਆਂ ਨੇ ਅਤੇ ਸੈਨੇਟ ਚੋਣਾਂ ਦੇ ਵਿੱਚ ਖੈਬਰ ਪਖਤੂਨਖਵਾ ਸੂਬੇ ਤੋਂ ਸੱਤਾਧਾਰੀ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਹੋਰਾਂ ਨੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ। ਉਹ ਉਸ ਸੂਬੇ ਤੋਂ ਚੁਣੇ ਜਾਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਪ੍ਰਤੀਨਿਧੀ ਬਣੇ ਹੈ। ਗੁਰਦੀਪ ਸਿੰਘ ਨੇ ਸੰਸਦ ਦੇ ਉੱਚ ਸਦਨ ਲਈ ਹੋਈਆਂ ਚੋਣਾਂ ਦੇ ਵਿੱਚ ਘੱਟ ਗਿਣਤੀ ਸੀਟ ਤੇ ਵੱਡੇ ਫਰਕ ਦੇ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਚਿੱਤ ਕੀਤਾ ਹੈ। ਗੁਰਦੀਪ ਸਿੰਘ ਨੂੰ ਸਦਨ ਦੇ ਵਿੱਚ 145 ਦੇ ਵਿੱਚੋਂ 103 ਵੋਟਾਂ ਪ੍ਰਾਪਤ ਹੋਈਆਂ ਨੇ, ਜਦੋਂ ਕਿ ਜਮੀਅਤ ਉਲੇਮਾ-ਏ ਇਸਲਾਮ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ 25 ਵੋਟ ਪ੍ਰਾਪਤ ਹੋ ਸਕੇ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੇ ਸਿਰਫ 12 ਵੋਟ ਪ੍ਰਾਪਤ ਕੀਤੇ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਘੱਟ ਗਿਣਤੀ ਉਮੀਦਵਾਰਾਂ ਦੀਆਂ 5 ਵੋਟਾਂ ਨੂੰ ਪੀਠਾਸੀਨ ਅਧਿਕਾਰੀ ਨੇ ਅਸਵੀਕਾਰ ਵੀ ਕੀਤਾ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦਾਅਵਾ ਕੀਤਾ ਸੀ ਕਿ ਗੁਰਦੀਪ ਸਿੰਘ ਨੂੰ ਵੱਧ ਤੋਂ ਵੱਧ 102 ਵੋਟ ਮਿਲ ਸਕਦੇ ਆ, ਜਦੋਂ ਕਿ ਉਹਨਾਂ ਨੂੰ 103 ਵੋਟ ਮਿਲਿਆ। ਕਹਿਣ ਦਾ ਭਾਵ ਕਿ ਇਹ ਸੰਕੇਤ ਨੇ ਕਿ ਇੱਕ ਵਿਰੋਧੀ ਮੈਂਬਰ ਨੇ ਵੀ ਉਹਨਾਂ ਦੇ ਪੱਖ ਦੇ ਵਿੱਚ ਵੋਟਿੰਗ ਕਰ ਦਿੱਤੀ ਹੈ। ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਸੈਨੇਟ ਦੇ ਵਿੱਚ ਖੈਬਰ ਪਖਤੂਨਖਵਾ ਸੂਬੇ ਦੇ ਪਹਿਲੇ ਦਸਤਾਰਧਾਰੀ ਸਿੱਖ ਪ੍ਰਤੀਨਿਧੀ ਬਣ ਗਏ ਨੇ ਅਤੇ ਉਹਨਾਂ ਨੂੰ ਇਸ ਦੇ ਵਾਸਤੇ ਮੁਬਾਰਕਬਾਦ। ਉਹਨਾਂ ਨੇ ਇਤਿਹਾਸ ਪਾਕਿਸਤਾਨ ਦੀ ਧਰਤੀ ਦੇ ਉੱਤੇ ਸਿਰਜ ਦਿੱਤਾ ਹੈ। ਤੇ ਅਗਲੀ ਖਬਰ, ਪੰਜਾਬ ਤੋਂ ਉੱਠੇ ਇਸ ਕਿਸਾਨੀ ਅੰਦੋਲਨ ਨੇ ਸਮੁੱਚੇ ਭਾਰਤ ਦੇ ਵਿੱਚ ਲੋਕਾਂ ਨੂੰ ਜਗਾਇਆ ਅਤੇ ਹੁਣ ਇਹਨਾਂ ਕਾਨੂੰਨਾਂ ਦੇ ਮੁਤਾਲਕ ਦੁਨੀਆ ਭਰ ਦੇ ਵਿੱਚ ਗੱਲਬਾਤ ਹੋ ਰਹੀ ਹੈ, ਪਰ ਇਸ ਨੂੰ ਰੰਗਤ ਕਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ। ਸਿਡਨੀ ਦੇ ਹੈਰਸ ਪਾਰਕ ਦੇ ਵਿੱਚ ਬੀਤੇ ਦਿਨੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਦਸਤਾਰਧਾਰੀ ਸਿੱਖ ਵਿਅਕਤੀਆਂ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਹਮਲਾ ਕੀਤਾ ਹੈ। ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਕੁਝ ਲੋਕ ਨੇ ਜਿਹੜੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਕੁਝ ਉਹ ਲੋਕ ਵੀ ਨੇ ਜਿਹੜੇ ਕੇਂਦਰ ਸਰਕਾਰ ਦੇ ਇਹਨਾਂ ਕਾਨੂੰਨਾਂ ਦੇ ਸਮਰਥਨ ਵਿੱਚ ਨੇ। ਇਸ ਕਰਕੇ ਬੀਤੇ ਦਿਨਾਂ ਦੇ ਵਿੱਚ ਵੀ ਉੱਥੇ ਭਾਈਚਾਰੇ ਵਿੱਚ ਤਣਾਅ ਦਾ ਮਾਹੌਲ ਬਣਿਆ ਸੀ। ਜਿਹੜੀ ਰਿਪੋਰਟ ਮਿਲੀ ਆ ਉਸ ਦੇ ਮੁਤਾਬਕ ਅਣਪਛਾਤੇ ਲੋਕਾਂ ਦੇ ਹੱਥਾਂ ਵਿੱਚ ਬੇਸਬਾਲ ਦੇ ਬੈਟ ਵੀ ਸੀ, ਹਥੌੜੇ ਵੀ ਸੀ ਅਤੇ ਬਾਂਸ ਦੀਆਂ ਡਾਂਗਾਂ ਵੀ ਫੜੀਆਂ ਹੋਈਆਂ ਸੀ। ਉਹਨਾਂ ਨੇ ਇਹਨਾਂ ਕੁਝ ਸਿੱਖ ਵਿਅਕਤੀਆਂ ਦੀਆਂ ਕਾਰਾਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਆਪਣੀ ਜਾਨ ਬਚਾ ਕੇ ਭੱਜਣ ਦੇ ਵਿੱਚ ਉੱਥੋਂ ਸਫਲਤਾ ਹੋ ਗਏ ਹੈ। ਮਿਲੀ ਰਿਪੋਰਟ ਦੇ ਅਨੁਸਾਰ ਹਥਿਆਰਬੰਦ ਲੋਕ ਆਖ ਰਹੇ ਸਨ ਕਿ ਇਹਨਾਂ ਸਾਰਿਆਂ ਨੂੰ ਖਤਮ ਕਰ ਦਿਓ ਅਤੇ ਕੋਈ ਵੀ ਇੱਥੋਂ ਬਚ ਕੇ ਨਿਕਲ ਨਾ ਸਕੇ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਜਦੋਂ ਇਹ ਹਮਲਾ ਕੀਤਾ ਤੇ ਕੀ ਆਲੇ ਦੁਆਲੇ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਵਿੱਚ ਉਹ ਕੈਦ ਤਾਂ ਹੋਏ ਨੇ ਤੇ ਉਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਹਥਿਆਰਬੰਦ ਲੋਕਾਂ ਨੇ ਬਚ ਕੇ ਭੱਜ ਰਹੇ ਦਸਤਾਰਧਾਰੀ ਲੋਕਾਂ ਦਾ, ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਉਹ ਲੋਕ ਸਨ, ਉਹਨਾਂ ਦਾ ਪਿੱਛਾ ਕਰਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਾਰਾਂ ਦੇ ਸ਼ੀਸ਼ੇ ਵੀ ਭੰਨ ਦਿੱਤੇ ਅਤੇ ਕਾਰਾਂ ਦੇ ਅੰਦਰੋਂ ਵੀ ਭੰਨ ਤੋੜ ਹੋਣ ਦੀਆਂ ਖਬਰਾਂ ਨੇ।
दसना बनता है कि एक पासे जिथे ये किसानां दा अंदोलन है, इत्थे कुछ लोग पंजाब दे विच भी, कुछ भारत विच भी, ते कुछ आस्ट्रेलिया ते कुछ होर मुल्कां दे विच भी इहनूं एक फिरकू रंगत देण दी कोशिश कर रहे हैं। ये गल्लां दो इत्थे बहुत सोचण ते विचारन वालियां ने कि लड़ाई झगड़े दा इहदे विच कोई काम नहीं, हिंसा दा इहदे विच कोई काम नहीं। पर जेकर असीं इस नूं तराजू विच पा के देखीए कि जेकर कोई इसकी हमायत करदा ते जां कोई इसका विरोध करदा, आपस दे विच लड़ाई का कोई कारण नहीं। इंडिया विच भी सरकार इस तरह के संकेत देई जांदी है कि बहुत सारिया जथेबंदियां ने जिहड़ियां इन्हां कानूनां दे समर्थन दे विच आके सानूं मिल के गईयां ने। कि कदे तुसीं संयुक्त किसान मोर्चे दे वल्लों जां पंजाब दे विचों इस तरह की खबर तुसीं सुनी है कि उन्हां नूं भाई कुੱਟਣ पै गए होण, मारन पै गए होण कि तुसीं इन्हां कानूनां दा समर्थन क्यों कर रहे हो? ਇਹਦੇ ਵਿਰੋਧ ਵਿੱਚ ਵੀ ਸਮਰਥਨ ਹੋ ਰਿਹਾ, ਵਿਰੋਧ ਵਿੱਚ ਰੈਲੀਆਂ ਵੀ ਹੋ ਰਹੀਆਂ ਨੇ, ਹੱਕ ਵਿੱਚ ਵੀ ਲੋਕ ਕੁਝ ਇੱਕ ਆਵਾਜ਼ ਉਠਾ ਰਹੇ ਨੇ। ਇਹੀ ਲੋਕਤੰਤਰ ਦੀ ਇੱਕ ਖੂਬਸੂਰਤੀ ਹੈ ਕਿ ਜੇ ਤੁਸੀਂ ਆਪਣੀ ਗੱਲ ਆਖ ਰਹੇ ਹੋ ਤਾਂ ਦੂਸਰਿਆਂ ਨੂੰ ਵੀ ਗੱਲ ਕਰਨ ਦਾ ਹੱਕ ਹੈ। ਸਰਕਾਰ ਨੇ ਕਾਨੂੰਨ ਬਣਾ ਦਿੱਤੇ ਆ ਤਾਂ ਇਹਨਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਹੱਕ ਹੈ ਕਿ ਉਹ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਭੰਨ ਤੋੜ, ਹਿੰਸਕ ਹਮਲੇ ਇਹਦੇ ਵਿੱਚ ਹੋਣੇ ਨਹੀਂ ਚਾਹੀਦੇ। ਪੁਲਿਸ ਨੇ ਭਾਵੇਂ ਸਾਰੀਆਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ इस हमले की जांच भी शुरू कर दी है। उधर आस्ट्रेलियन अलायंस अगेंस्ट हेट एंड वायलेंस ने भारतीय कौंसल जनरल के दफ्तर के बाहर प्रैस कॉन्फ्रेंस करके भारत में प्रदर्शन कर रहे किसानों के संघर्ष की हमायत भी की सी। पर एक महत्वपूर्ण पहलू यह है कि रोस प्रदर्शन ये विरोध ना हिंदुओं का, ना सिखां का, ना मुसलमानों का, ये सारे उन्होंने लोगों का जिहड़े इंसाफ पसंद ने, ये सारे उन्होंने लोगों का जिहड़े साह लेंदे ने, ये सारे उन्होंने लोगों का जिन्हां दे तवे ते रोटी पकदी है ते रोटी खांदे ने। फिर इसनूं फिरकू रंगत देण दी कोशिश जिहड़े लोग कर रहे ने उन्हां दी निंदा भी होनी चाहिदी है अते उन्हां अनसरां तो बचण दी भी जरूरत है, क्योंकि वो लोग इस किसानी अंदोलन का मूँह महांदरा विगाड़ना चाहुंदे ने। अगली खबर भी इस केंद्री तिन्ने खेती कानूनां दे नाल संबंधित है। नवे खेतीबाड़ी कानूनों को लेकर तुहानूं पता है कि लगभग हुण 100 दिन होने वाला है दिल्ली दीआं सरहदां ते बैठियां नूं, किसानां नूं, किसान जथेबंदियां नूं। पर सरकार अते किसानां दे विचकार विरोध लगातार जारी है। पर अज दी स्थिति जिहड़ी है उहदे अनुसार ये हाले जल्द खत्म होने के आसार भी नज़र नहीं आ रहे। तो उधर केंद्री खेतीबाड़ी मंत्री तोमर ने कहा है कि सरकार खेतीबाड़ी कानूनों का विरोध कर रहे किसान संगठनों के नाल गलबात करने वास्ते तैयार है। ये पहली बारी नहीं आख्या, पहला भी इस तरह के बयान दिते हैं। पर अगे आख्या कि उन्होंने, पर कहते उन्होंने हाले साडे सरकार के प्रस्ताव से कोई प्रतिक्रिया दी नहीं। मैं याद करवाना चाहुंदा कि प्रतिक्रिया तो उन्होंने तुहाडे नाल आखिरी मीटिंग 22 जनवरी की करन तो पहला भी दस दिता सी कि असीं तुहाडी ये 1.5 साल कानून मुअत्तली वाली प्रस्ताव के उत्ते सहमत नहीं, सानू सिर्फ तो सिर्फ कानून रद्द चाहिए ने ते MSP की लिखती कानूनी गारंटी चाहिए है। फिर होर प्रतिक्रिया किहो जी चाहिए है। पर तोमर साहब का बयान यह है कि हाले उन्होंने कोई प्रतिक्रिया नहीं आई। सरकार अते किसान नेतावां दे विचकार कुल 12 वार, तोमर, पीयूष गोयल अते सोम प्रकाश होरां दे नाल 11 वार, एक बार केंद्रीय गृह मंत्री अमित शाह दे नाल मुलाकात हो चुकी है। पर बेनतीजा रहियां, सिट्टा कोई ना निकल सकिया। एशिया पैसिफिक रूरल एंड एग्रीकल्चर क्रेडिट एसोसीएशन वालों नाबार्ड के सहयोग नाल एक खेती नीति फोरम करवाया जा रहा सी। उहदी बैठक दे विच खेतीबाड़ी मंत्री तोमर हिस्सा ले रहे सन। उन्होंने कहा कि केंद्र सरकार ने जिहड़े आ 3 कानून बनाए ने, इन्हां दे नाल खेतीबाड़ी सैक्टर दे विच क्रांतिकारी बदलाव आउण दी उम्मीद है। उन्होंने यह भी कहा कि नवे खेतीबाड़ी कानून किसानां दी आमदनी वधाउणगे, इस नाल खेतीबाड़ी खेत नूं होर मजबूती मिलेगी। उन्होंने कहा कि भारत के प्रधानमंत्री नरेंद्र मोदी दे कोल किसानां दी आमदन वधाउण अते खेतीबाड़ी खेतर दे विच विकास के वास्ते बहुत पक्का विजन है। सरकार समझदी है कि किसानां दी तरक्की तो बगैर चंगी अर्थ व्यवस्था नूं विकसित किया नहीं जा सकता। उन्होंने कहा कि इन्हां नवे खेती कानूनों दे नाल किसानां नूं फायदा होएगा। ये कानून भारत के किसानां लई क्रांतिकारी ने। तो उधर भारतीय किसान यूनियन के बुलारे, राष्ट्रीय बुलारे ने राकेश टकैत, उन्होंने कहा कि सरकार जदों तक खेती कानून वापस नहीं ना लै लैंदी, जदों तक किसानां दीआं मंगां मन नहीं लैंदी, ये अंदोलन उन्नी देर तक जारी रहेगा। उन्होंने ये भी कहा कि सरकार नाल हाले गलबात की गुंजाइश कोई लगी नहीं रही,
क्योंकि सरकार उसे मसले ते खड़ी है जिसनूं असीं रद्द कर चुके हैं। वो कहंदे जे सरकार ये सोचदी है तां किसान भी इस वक्त लंबी तैयारी दे विच है, क्योंकि बीते दिनी उन्होंने एक नवा फार्मूला भी दिता सी। दसना बनदा कि सरकार ने किसानां नूं प्रस्ताव दिता है कि जे अंदोलन कर रहे किसान नेता नवे खेतीबाड़ी कानूनां नूं 1.5 साल तक मुलतवी रखण ਅਤੇ ਇਸੇ दौरान संयुक्त कमेटी जरिए मतभेद ਜਿਹੜੇ उभरे होए उन्हां नूं हल करन दी पेशकश ते विचार करन तां गलबात हो सकती है। हुण तुसीं देखो कि सरकार शर्तां रख रही है, शर्तां अंदोलन वाले रखदे हुंदे आ ते दूसरे पासे ये अंदोलन की जेकर आपां गहराई विच जाण दी कोशिश करिए तां अंदोलन पंजाब तो शुरू होया ते हौली हौली प्रभाव छड्डदा छड्डदा समुचे भारत के सूबियां दे विच फैलदा चला गया ते अगे लगातार वाधा वाधा ये विदेशों तक फैल चुके हैं। पहलां तुहाडे नाल खबर साझी करके हटिया कि आस्ट्रेलिया दे विच इन्हां कानूनां दे कारण ही उत्थे हिंसक एक घटना वापरी है, तोड़ फोड़ की घटना वापरी है, भन्न तोड़ की घटना वापरी है। ते अंदोलन के ਵੱਖ-ਵੱਖ ਪਹਿਲੂਆਂ ਦੇ बारे कुछ देशों ਦੀਆਂ पार्लीमेंटां दे विच अधिकारत इहदे ते चर्चा भी की जा रही है। बरतानवी संसद दे विच अगले सोमवार नूं किसान अंदोलन विच हिस्सा लैण वाले ਉਹ किसानां दे मनुखी अधिकारां ते प्रैस की आज़ादी संबंधी 1.5 घंटे तक चर्चा की जानी है, क्योंकि इंग्लैंड दे विच इंग्लैंड का संविधान कहता है कि जेकर 10,000 तो वध लोग किसी पटीशन ते साइन करके देंदे आ, दस्तखत करके देंदे आ, तां उहदे उत्ते गलबात करनी लाजमी बनती है। पर इंग्लैंड की पार्लीमेंट दे विच 1 लाख तो वध दस्तखतां वाली एक पटीशन मिलण तो बाद सरकार नूं उस उत्ते हुण गलबात करनी पैनी है। किसान अंदोलन ਅਤੇ ਪ੍ਰੈਸ ਦੀ आज़ादी बारे 1 ਲੱਖ ਤੋਂ ਜ਼ਿਆਦਾ ਦਸਤਖਤਾਂ ਵਾਲੀ ਜਦੋਂ ਇਹ ਪਟੀਸ਼ਨ ਬਰਤਾਨਵੀ ਸਰਕਾਰ ਨੂੰ ਮਿਲੀ ਸੀ ਤਾਂ ਸ਼ੁਰੂ ਦੇ ਵਿੱਚ ਸਰਕਾਰ ਨੇ ਇਸ ਪਟੀਸ਼ਨ ਦੇ ਵਿੱਚ ਦਰਜ ਕੀਤੇ ਕੁਝ ਤੱਥਾਂ ਨੂੰ ਤਸਦੀਕ ਕਰਨ ਵਾਸਤੇ ਆਖਿਆ ਸੀ। ਪਰ ਹੁਣ ਚਰਚਾ ਲਈ ਸਮਾਂ ਰੱਖਣਾ ਇਹਦਾ ਭਾਵ ਇਹਦਾ ਮਤਲਬ ਇਹ ਹੈ ਕਿ ਸਰਕਾਰ ਇਹਨਾਂ ਮੁੱਦਿਆਂ ਬਾਰੇ ਉਠਾਏ ਸਵਾਲਾਂ ਨੂੰ ਜਾਇਜ਼ ਮੰਨ ਰਹੀ ਹੈ। उधर आस्ट्रेलिया की संसद दे विच भी 15 मार्च ਨੂੰ इस किसान अंदोलन के बारे चर्चा की जानी है। तो हुण केंद्र सरकार नूं फिर चाहिदा की है कि किसानां दे मसलिਆਂ ਦਾ हल गलबात राहीं कीता जावे, पर गलबात 22 जनवरी तो बाद बंद की पई है। तो पुलिस द्वारा बैरीकेड लाने, सड़कों के उत्ते नकीले किल गढ़ देने, कुछ समय वास्ते इंटरनेट बंद कर देना, पानी बंद कर देना, ये कार्रवाइयां तो प्रभाव की लिया जाए कि सरकार दमनकारी नीति के राही अंदोलन बंद करवाना चाहती है, या फिरकू रंगत या फिरकू पत्ता खेड के इस अंदोलन कर रहे किसानों के उत्ते हमले करवा के उतों किसानों को भजाउणा चाहती है, इस अंदोलन को किते बदनाम करने दी कोशिशां ने। याद होना है कि कुछ समय पहला कैनेडा के प्रधानमंत्री जस्टिन ट्रूडो ने भी किसान अंदोलन के हक में गल आवाज़ उठाई सी। हुण किसान अंदोलन का हासिल की है? किसान अंदोलन का हासिल यह है कि जिथे इसने भारत के वक्खो वक् सूबे के प्रसार किया है, उत्थे दुनिया पद्धर ते बहुत सारिया सरकारां दा अपने वाल ध्यान खिंचा। इसे ही करके तिन्ने खेती कानूनों के विरोध अते घट्टो घट्ट समर्थन मुल उत्ते फसलों की खरीद की कानूनी गारंटी तो शुरू होया ये अंदोलन हुण मनुखी अधिकारां, कारपोरेट विकास मॉडल अते सरकारां की कारगुजारी ते सवाल खड़े कर रहे हैं। केंद्र सरकार की जिम्मेवारी बनती है कि किसान अंदोलन के बारे अड़ियल वतीरा छड्ड के गलबात का मुड़ तो माहौल तैयार किया जाए। केंद्र सरकार की प्रतिक्रिया की होगी? वो शायद हुण ये आखेगी कि दूसरे मुल्कों को भारत के अंदरूनी मामलों के विच दाखल देना नहीं चाहिए। पर इस अंदोलन का प्रसार इन्ना क विशाल हो चुका है कि खेती खेतर के मसलों की कौमंतरी मंचां ते हुण चर्चा सुभाविक है। अजिही चर्चा विच मौजूदा किसान अंदोलन नीति घाड़ियां अते माहिरां दा ध्यान दा हुण इस वक्त ये अंदोलन केंद्र बिंदु बनिया होया है अते केंद्र बिंदु बनना सुभाविक भी सी। हुण वेखदे हां कि एक बारी फिर केंद्री खेतीबाड़ी मंत्री तोमर दा ये कहना कि जे पहली तजवीज़ दे उत्ते किसान आगू गौर करनगे तो फिर सरकार उन्हां दे नाल गलबात करेगी। पर दूसरे पासे किसानों ने गर्मी दीयां तैयारियां करनियां शुरू कर दित्तियां ने। जानकारी मिली है कि एक ट्राली तैयार की है एक कारीगर ने, उहदे विच AC भी ला दिता, पक्खा भी ला दिता, ते उहदे च होर बैठण वास्ते सोफे भी ला दिते ते बैड भी ला दिता, ते नाल कूलर फिट किए जा रहे हैं। मच्छरदानियां भाव जालीदार ट्रालियां बना के दिल्ली वालों वहीरां घत रही ने।
ਆਪੋ ਆਪਣੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੰਦੋਲਨ ਨੂੰ ਹਰ ਹੀਲੇ ਜਿੱਤ ਕੇ ਵਾਪਸ ਮੁੜਨਾ ਹੈ। ਹੁਣ ਬੀਤੇ ਸਮੇਂ ਵਿੱਚ ਵੀ ਇਹ ਖਬਰਾਂ ਮਿਲਦੀਆਂ ਰਹੀਆਂ ਨੇ ਕਿ ਦਿੱਲੀ ਪੁਲਿਸ ਨੇ ਬਹੁਤ ਸਾਰੇ ਕਿਸਾਨਾਂ ਨੂੰ, ਕਿਸਾਨੀ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਨੋਟਿਸ ਭੇਜੇ ਨੇ, ਪਰ ਅੱਜ ਤੱਕ ਦੀ ਆਹ ਸਭ ਤੋਂ ਸ਼ਰਮਨਾਕ ਖਬਰ ਹੈ। ਕਿਸਾਨ ਅੰਦੋਲਨ ਤੇ ਦਿੱਲੀ ਪੁਲਿਸ ਕਹਿੰਦੀ ਮੈਂ ਸ਼ਿਕੰਜਾ ਕੱਸਣਾ ਹੈ, ਪਰ ਆਹ ਅਨੋਖੀ ਉਦਾਹਰਣ ਹੈ। 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਹੁੰਦੀ ਹੈ, ਦਿੱਲੀ ਪੁਲਿਸ ਕਹਿੰਦੀ ਹੈ ਉੱਥੇ ਹਿੰਸਾ ਹੋਈ ਹੈ, ਤੇ ਇਸੇ ਹੀ ਮਾਮਲੇ ਨੂੰ ਆਧਾਰ ਬਣਾ ਕੇ ਦਿੱਲੀ ਪੁਲਿਸ ਦੇ ਵੱਲੋਂ ਪੰਜਾਬ ਦੇ ਜਾਗੀਰ ਸਿੰਘ ਨਾਮ ਦੇ ਇੱਕ ਕਿਸਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਰੇਡ ਨਿਕਲਦੀ ਹੈ 26 ਜਨਵਰੀ ਨੂੰ। ਦਿੱਲੀ ਪੁਲਿਸ ਕਹਿੰਦੀ ਹੈ ਕਿ 26 ਜਨਵਰੀ ਨੂੰ ਹਿੰਸਾ ਹੋਈ ਹੈ, ਪਰ ਆ ਜਾਗੀਰ ਸਿੰਘ ਜਿਹੜੇ ਖਰੜ ਦੇ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਸੀ, ਉਹ 31 ਦਸੰਬਰ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ, ਭਾਵ 31 ਦਸੰਬਰ ਨੂੰ ਉਹਨਾਂ ਦੀ ਮੌਤ ਹੋ ਚੁੱਕੀ ਹੈ। ਘਟਨਾ 26 ਜਨਵਰੀ ਦੀ ਹੈ ਤੇ 31 ਦਸੰਬਰ 2020 ਨੂੰ ਜਾਗੀਰ ਸਿੰਘ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ। ਹੁਣ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸਵਾਲ ਉੱਠਣੇ ਸੁਭਾਵਿਕ ਨੇ। ਸਵਾਲ ਪਹਿਲਾਂ ਵੀ ਉੱਠ ਰਹੇ ਸੀ। ਇਹਨਾਂ ਕਾਨੂੰਨੀ ਨੋਟਿਸਾਂ ਤੋਂ ਹੁਣ ਇਹ ਜ਼ਾਹਿਰ ਹੋ ਰਿਹਾ ਹੈ ਕਿ ਦਿੱਲੀ ਪੁਲਿਸ ਕਿਸਾਨ ਭਾਈਚਾਰੇ ਨੂੰ ਜਾਣਬੁੱਝ ਕੇ ਕਿਤੇ ਤੰਗ ਪਰੇਸ਼ਾਨ ਤਾਂ ਨਹੀਂ ਕਰ ਰਹੀ, ਕਿਤੇ ਕਾਨੂੰਨੀ ਕੇਸਾਂ ਦੇ ਵਿੱਚ ਜਾਣਬੁੱਝ ਕੇ ਉਲਝਾ ਤਾਂ ਨਹੀਂ ਰਹੀ। ਦੱਸਣਾ ਬਣਦਾ ਕਿ ਬੀਤੇ ਵਰੇ ਨਵੰਬਰ ਮਹੀਨੇ ਤੋਂ ਸਿੰਘੂ, ਟਿੱਕਰੀ, ਗਾਜ਼ੀਪੁਰ ਇਹਨਾਂ ਬਾਰਡਰਾਂ ਦੇ ਉੱਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਹੈ। 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਬੈਠੇ ਹੈ। ਕਿਸਾਨ ਸਰਕਾਰ ਤੋਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹੈ। ਮੈਂ ਪਹਿਲਾਂ ਵੀ ਦੱਸ ਰਿਹਾ ਸੀ, ਕੁੱਲ ਮਿਲਾ ਕੇ 12 ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਦੇ ਨਾਲ 11 ਮੀਟਿੰਗਾਂ। ਹੁਣ ਇਹ ਕਾਨੂੰਨ ਕਿਸਾਨ ਕਹਿੰਦੇ ਆ ਕਿ ਸਾਡੇ ਹਿੱਤ ਵਿੱਚ ਨਹੀਂ, ਸਾਨੂੰ ਇਹ ਚਾਹੀਦੇ ਨਹੀਂ, ਸਾਡੇ ਲਈ ਚੰਗੇ ਨਹੀਂ, ਪਰ ਅੱਜ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਇਹ ਕਹਿਣਾ ਕਿ ਤੁਹਾਡੀ ਆਮਦਨ ਦੁੱਗਣੀ ਕਰ ਦੇਣਗੇ। ਭਾਰਤ ਦੇ ਪ੍ਰਧਾਨ ਮੰਤਰੀ ਦੀ ਵਿਜ਼ਨ ਬਹੁਤ ਦੂਰ ਅੰਦੇਸ਼ੀ ਹੈ, ਪਰ ਕਿਸਾਨ ਕਹਿੰਦੇ ਨੇ ਕਿ ਇਹਨਾਂ ਨਾਲ ਤਾਂ ਮੰਡੀਆਂ ਖਤਮ ਹੋ ਜਾਣਗੀਆਂ, ਖੇਤੀ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲੇ ਜਾਵੇਗੀ। ਮਾਮਲਾ ਜਿਉਂ ਦਾ ਤਿਉਂ ਬਰਕਰਾਰ ਹੈ। ਵੇਖਦੇ ਹਾਂ ਕਿ ਅੱਗੇ ਇਸ ਮਸਲੇ ਦੇ ਵਿੱਚ ਜਿਹੜੀ ਖੜੋਤ ਮਹਿਸੂਸ ਹੋ ਰਹੀ ਹੈ, ਕਦੋਂ ਅੱਗੇ ਗੱਲ ਵੱਧਦੀ ਹੈ। ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਅੱਜ ਇੱਕ ਵੱਡਾ ਝਟਕਾ ਦਿੱਤਾ ਹੈ। ਝਟਕਾ ਕੀ ਹੈ? ਹੁਣ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਵਿਰੋਧ ਉੱਠਿਆ ਪੰਜਾਬ ਤੋਂ ਸ਼ੁਰੂ ਹੋਇਆ ਤੇ ਇਸੇ ਹੀ ਦਰਮਿਆਨ ਆ ਕੇਂਦਰ ਦਾ ਝਟਕਾ ਹੈ। ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਨਵਾਂ ਦਾ ਖੇਡ ਦਿੱਤਾ ਹੈ। ਪੰਜਾਬ ਦੀਆਂ ਚੌਲ ਮਿੱਲਾਂ ਤੋਂ ਭਾਵ ਸ਼ੈਲਰਾਂ ਤੋਂ ਚੌਲ ਲੈਣੇ ਬੰਦ ਕਰ ਦਿੱਤੇ ਹੈ, ਜਿਸ ਕਾਰਨ 4300 ਦੇ ਕਰੀਬ ਮਿੱਲਾਂ ਦੇ ਵਿੱਚ ਇਹ ਕੰਮ ਬੰਦ ਹੋ ਕੇ ਰਹਿ ਗਿਆ। ਕੇਂਦਰੀ ਖੁਰਾਕ ਮੰਤਰਾਲੇ ਨੇ 16 ਫਰਵਰੀ ਨੂੰ ਇੱਕ ਫਰਮਾਨ ਜਾਰੀ ਕੀਤਾ ਸੀ ਕਿ ਪੰਜਾਬ ਚੋਂ ਤਾਂ ਹੀ ਚੌਲ ਖਰੀਦਿਆ ਜਾਏਗਾ ਜੇਕਰ ਇਹਨਾਂ ਚੌਲਾਂ ਦੇ ਵਿੱਚ ਪ੍ਰੋਟੀਨ ਵਾਲਾ ਚੌਲ ਮਿਕਸ ਕੀਤਾ ਜਾਵੇਗਾ। ਪੰਜਾਬ ਦੀਆਂ ਚੌਲ ਮਿੱਲਾਂ ਦੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੀ ਨਹੀਂ। ਉਹ ਰਾਤੋਂ ਰਾਤ ਪ੍ਰੋਟੀਨ ਵਾਲੇ ਚੌਲ ਆਮ ਚੌਲਾਂ 'ਚ ਕਿਵੇਂ ਮਿਕਸ ਕਰ ਸਕਣਦੇ ਆ। ਹੁਣ ਕੇਂਦਰ ਨੇ ਸਪਸ਼ਟ ਆਖਿਆ ਕਿ ਵੇਰਵਿਆਂ ਦੇ ਮੁਤਾਬਕ ਜਿਹੜੇ ਮਿਲੇ ਨੇ ਕਿ ਕੇਂਦਰੀ ਖੁਰਾਕ ਮੰਤਰਾਲੇ ਨੇ ਪੱਤਰ ਦੇ ਵਿੱਚ ਲਿਖਿਆ ਸੀ ਕਿ ਮਿਡ ਡੇ ਮੀਲ ਅਤੇ ਆਂਗਨਵਾੜੀ ਸੈਂਟਰਾਂ ਨੂੰ ਦਿੱਤੇ ਜਾਂਦੇ ਅਨਾਜ ਤਹਿਤ ਪ੍ਰੋਟੀਨ ਦੀ ਮਾਤਰਾ ਵਾਲਾ ਚੌਲ ਦਿੱਤਾ ਜਾਣਾ ਹੈ। ਜਿਨ੍ਹਾਂ 6 ਸੂਬਿਆਂ ਦੇ ਵਿੱਚੋਂ ਡਿਲੀਵਰੀ ਲਈ ਜਾਣੀ ਸੀ, ਉਹਨਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰੋਟੀਨ ਵਾਲਾ ਚੌਲ ਮਿਕਸ ਕਰਕੇ ਨਹੀਂ ਦਿੱਤਾ ਜਾਏਗਾ ਤਾਂ ਬਾਕੀ ਚੌਲਾਂ ਦੀ ਡਿਲੀਵਰੀ ਵੀ ਨਹੀਂ ਹੋਵੇਗੀ। ਮਿਕਸ ਕਰਨ ਵਾਸਤੇ ਕਰੀਬ 10,000 ਮੀਟ੍ਰਿਕ ਟਨ ਪ੍ਰੋਟੀਨ ਵਾਲਾ ਚੌਲ ਲੋੜੀਂਦਾ ਹੈ। ਪੰਜਾਬ ਦੀਆਂ ਚੌਲ ਮਿੱਲਾਂ ਨੂੰ 1.99 ਕਰੋੜ ਮੀਟ੍ਰਿਕ ਟਨ ਜਾਰੀ ਭੰਡਾਰ ਕੀਤੀ ਗਈ ਸੀ, ਜਿਸ ਦੀ ਡਿਲੀਵਰੀ ਚੌਲ ਮਿੱਲਾਂ ਨੇ ਮਾਰਚ ਮਹੀਨੇ ਵਿੱਚ ਕਰਨੀ ਸੀ। ਚੌਲ ਮਿੱਲਾਂ 'ਚ ਮਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ, ਪਰ ਕੇਂਦਰ ਸਰਕਾਰ ਦੀ ਨਵੀਂ ਸ਼ਰਤ ਦੇ ਕਰਕੇ ਮਿਲਿੰਗ ਦੇ ਕੰਮ ਨੂੰ ਬ੍ਰੇਕ ਲੱਗ ਗਈ ਹੈ ਅਤੇ ਪ੍ਰੋਟੀਨ ਵਾਲੇ ਚੌਲ ਦਾ ਕਾਰੋਬਾਰ ਕਰਨ ਵਾਲੀਆਂ ਦੇਸ਼ ਵਿਆਪੀ ਫਰਮਾਂ ਨੇ ਵੀ ਆਖ ਦਿੱਤਾ ਹੈ ਕਿ ਉਹ ਮਿਕਸ ਕੀਤੇ ਜਾਣ ਵਾਲਾ ਚੌਲ 30 ਜੂਨ ਤੋਂ ਪਹਿਲਾਂ ਆਮ ਮਿੱਲ ਮਾਲਕਾਂ ਨੂੰ ਦੇ ਹੀ ਨਹੀਂ ਸਕਦੀਆਂ। ਹੁਣ ਜੇਕਰ ਕੇਂਦਰ ਸਰਕਾਰ ਵਜਦਾ ਹੈ ਕਿ ਉਹ ਬਗੈਰ ਪ੍ਰੋਟੀਨ ਵਾਲੇ ਚੌਲ ਤੋਂ ਚੌਲ ਖਰੀਦਣਗੇ ਨਹੀਂ, ਤਾਂ ਫਿਰ ਕਣਕ ਦੇ ਸੀਜ਼ਨ ਲਈ ਵੀ ਕੇਂਦਰ ਸਰਕਾਰ ਦੇ ਵੱਲੋਂ CCL ਦੇਣ ਤੋਂ ਇਨਕਾਰ ਕੀਤੇ ਜਾਣ ਦੀ ਸੰਭਾਵਨਾ। ਤੇ ਅੱਜ FCI ਵੱਲੋਂ ਇੱਕ ਨਵਾਂ ਫਰਮਾਨ ਵੀ ਸੁਣਾ ਦਿੱਤਾ ਗਿਆ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਜਾਣਗੇ। ਆੜ੍ਹਤੀਏ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਪੰਜਾਬ ਦੀਆਂ ਮੰਡੀਆਂ
ਜਾਂ ਪੰਜਾਬ ਦਾ ਕਿਸਾਨ ਸਭ ਤੋਂ ਪਹਿਲਾਂ ਆੜ੍ਹਤੀ ਤੋਂ ਪੈਸੇ ਲਿਆਉਂਦਾ, ਖਰਚਾ ਕਰਦਾ ਤੇ ਫਿਰ ਆੜ੍ਹਤੀ ਕੋਲ ਫਸਲ ਸੁੱਟਦਾ, ਵੇਚਦਾ ਤੇ ਉਹ ਆਪਣੇ ਪੈਸਿਆਂ ਦਾ ਹਿਸਾਬ ਕਿਤਾਬ ਕਰਕੇ ਰਹਿੰਦੀ ਰਕਮ ਜਾਂ ਹੋਰ ਕਰਜ਼ ਕਿਸਾਨ ਨੂੰ ਦੇ ਦਿੰਦਾ। ਪਰ ਅੱਜ ਆ ਇੱਕ ਨਵਾਂ ਸਗੂਫਾ ਹੋਰ ਛੱਡ ਦਿੱਤਾ ਗਿਆ ਹੈ ਕਿ ਕਣਕ ਦੀ ਖਰੀਦ ਤਾਂ ਕੀਤੀ ਜਾਏਗੀ, ਪਰ ਕਣਕ ਦੀ ਖਰੀਦ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਜਾਏਗਾ। ਤੇ ਹੁਣ ਇੱਥੇ ਇੱਕ ਜਿਹੜੀ ਗੁੰਝਲਦਾਰ ਸਮੱਸਿਆ ਬਣਨੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਜ਼ਮੀਨ ਹੈ ਉਸ ਜ਼ਮੀਨ ਦੀ ਤੁਹਾਨੂੰ ਜਾਣਕਾਰੀ ਦੇਣੀ ਪਏਗੀ, ਪਰ ਪੰਜਾਬ ਦੇ ਵਿੱਚ 40% ਕਿਸਾਨ ਤਾਂ ਉਹ ਹੋਣਗੇ ਜਿਹੜੇ ਆਪਣੀ ਜ਼ਮੀਨ ਤੇ ਖੁਦ ਖੇਤੀ ਨਹੀਂ ਕਰਦੇ, ਲੋਕ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਆ। ਇਹਦੇ ਵਿੱਚ ਗੁੰਝਲਾਂ ਬੜੀਆਂ ਹੋਣੀਆਂ ਨੇ, ਪਰ ਹੁਣ ਆੜ੍ਹਤੀਆ ਅਤੇ ਕਿਸਾਨ ਇਹਨਾਂ ਨੂੰ ਇੱਕ ਦੂਸਰੇ ਨਾਲੋਂ ਨਖੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਦੂਸਰਾ ਮੈਂ ਤੁਹਾਡੇ ਤੋਂ ਸਵਾਲ ਵੀ ਪੁੱਛਣਾ ਚਾਹੁੰਦਾ, ਮਿਡ ਡੇ ਮੀਲ ਦਿੱਤਾ ਜਾਂਦਾ, ਆਂਗਨਵਾੜੀ ਸੈਂਟਰਾਂ ਦੇ ਵਿੱਚ ਚੌਲ ਭੇਜੇ ਜਾਂਦੇ ਨੇ ਜਾਂ ਹੋਰ ਅਨਾਜ ਭੇਜਿਆ ਜਾਂਦਾ, ਕਈ ਵਾਰੀ ਖਬਰਾਂ ਮਿਲੀਆਂ ਨੇ ਕਿ ਉਹਨਾਂ ਦੀ ਬਹੁਤੀ ਚੰਗੀ ਗੁਣਵੱਤਾ ਹੁੰਦੀ ਨਹੀਂ। ਸੱਚਮੁੱਚ ਮਿਡ ਡੇ ਮੀਲ ਦੇ ਵਿੱਚ ਭੇਜਿਆ ਜਾਣ ਵਾਲਾ ਚੌਲ ਜਾਂ ਅਨਾਜ ਪ੍ਰੋਟੀਨ ਯੁਕਤ ਹੁੰਦਾ, ਜਾਂ ਫਿਰ ਇਹ ਪੰਜਾਬ ਨੂੰ ਇੱਕ ਵੱਡਾ ਤੇ ਕਰਾਰਾ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ? ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤਾਂ ਕਿ ਪਤਾ ਲੱਗ ਸਕੇ ਤੇ ਕੱਲ ਦੇ ਪ੍ਰੋਗਰਾਮ ਵਿੱਚ ਫਿਰ ਉਸ ਨੂੰ ਸ਼ਾਮਲ ਕੀਤਾ ਜਾ ਸਕੇ। ਅਗਲੀ ਖਬਰ ਹੈ, ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਜੇਕਰ ਕਿਸੇ ਵਿਅਕਤੀ ਨੂੰ ਸੰਮਣ ਕੀਤੇ ਜਾਂਦੇ ਨੇ, ਭਾਵੇਂ ਉਹ ਕੋਈ ਕਿੱਡੇ ਵੱਡੇ ਅਹੁਦੇ ਤੇ ਬੈਠਾ ਕਿਉਂ ਨਾ ਬੰਦਾ ਹੋਵੇ, ਉਹਨੂੰ ਜਾਣਾ ਪੈਂਦਾ ਹੈ। ਪਰ ਆਹ ਬੰਦਿਆਂ ਨੂੰ ਲਗਾਤਾਰ ਸੰਮਣ ਕੀਤੇ ਗਏ ਨਹੀਂ, ਇਸ ਕਰਕੇ ਭਗੌੜਾ ਕਰਾਰ ਦਿੱਤੇ ਗਏ ਹੈ। ਮਾਮਲਾ ਕੀ ਹੈ, ਉਸ ਪਾਸੇ ਆਪਾਂ ਨਜ਼ਰ ਮਾਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਉਸ ਮਾਮਲੇ ਦੇ ਵਿੱਚ ਵਾਰ-ਵਾਰ ਸੰਮਣ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋਏ 3 ਡੇਰਾ ਪ੍ਰੇਮੀ। ਇਹਨਾਂ ਵਿੱਚ ਇੱਕ ਹਰਸ਼ ਧੂਰੀ ਹੈ, ਇੱਕ ਇਹਨਾਂ ਵਿੱਚ ਪ੍ਰਦੀਪ ਕਲੇਰ ਹੈ ਤੇ ਇੱਕ ਇਹਨਾਂ ਦੇ ਵਿੱਚ ਸੰਦੀਪ ਬਰੇਟਾ ਹੈ। ਅਦਾਲਤ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਭਗੌੜੇ ਕਰਾਰ ਦੇ ਕੇ ਇਹਨਾਂ ਦੇ ਖਿਲਾਫ ਬਣਦਾ ਬਕਾਇਦਾ ਤੌਰ ਤੇ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ ਹੋਈ ਸੀ। ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਅਦਾਲਤੀ ਹੁਕਮਾਂ ਦੇ ਮੁਤਾਬਕ ਇਹਨਾਂ ਡੇਰਾ ਪ੍ਰੇਮੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 2 ਜੂਨ 2015 ਨੂੰ ਫਰੀਦਕੋਟ ਦੇ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦਿਨ ਦਿਹਾੜੇ ਪਾਵਨ ਸਰੂਪ ਚੋਰੀ ਕੀਤੇ ਜਾਂਦੇ ਨੇ, ਜਿਸ ਦੇ ਸਬੰਧ ਵਿੱਚ ਬਾਜਾਖਾਨਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤੀ FIR ਨੰਬਰ 63 ਦੇ ਮਾਮਲੇ ਦੀ ਤਫਤੀਸ਼ ਕੀਤੀ ਗਈ ਸੀ। ਤੇ ਤਫਤੀਸ਼ ਕਰ ਰਹੀ ਜਿਹੜੀ ਟੀਮ ਸੀ ਉਹ ਸਿੱਟ ਸੀ ਤੇ ਉਹਦੀ ਅਗਵਾਈ ਰਣਵੀਰ ਸਿੰਘ ਖਟੜਾ ਕਰ ਰਹੇ ਸੀ। ਰਣਵੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਸਿੱਟ ਨੇ ਇਹਨਾਂ ਤਿੰਨਾਂ ਅਤੇ ਡੇਰਾ ਮੁਖੀ ਸਮੇਤ ਇਸ ਮਾਮਲੇ ਦੇ ਵਿੱਚ ਕੁੱਲ 11 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਸੀ। ਸਿੱਟ ਵੱਲੋਂ ਚਲਾਨ ਪੇਸ਼ ਕਰਨ ਮੌਕੇ ਅਦਾਲਤ ਸਾਹਮਣੇ ਪੇਸ਼ ਕੀਤੇ ਗਏ 7 ਡੇਰਾ ਪ੍ਰੇਮੀ ਇਸ ਵਕਤ ਜ਼ਮਾਨਤ ਤੇ ਨੇ, ਪਰ ਆ 3 ਡੇਰਾ ਪ੍ਰੇਮੀਆਂ ਦੇ ਵਾਰ-ਵਾਰ ਵਾਰੰਟ ਹਾਸਲ ਕਰਨ ਦੇ ਬਾਵਜੂਦ ਵੀ ਸਿੱਟ ਦੇ ਸਾਹਮਣੇ ਨਾ ਇਹ ਪੇਸ਼ ਹੋਏ, ਨਾ ਸਿੱਟ ਇਹਨਾਂ ਡੇਰਾ ਪ੍ਰੇਮੀ ਦਾ ਸੁਰਾਗ ਲਾਉਣ ਵਿੱਚ ਕਾਮਯਾਬ ਹੋ ਸਕੀ। ਦੱਸਣਾ ਬਣਦਾ ਕਿ ਬੀਤੇ ਵਰੇ 18 ਦਸੰਬਰ ਨੂੰ ਅਦਾਲਤ ਨੇ ਇਹਨਾਂ ਡੇਰਾ ਪ੍ਰੇਮੀਆਂ ਦੇ ਖਿਲਾਫ ਬਕਾਇਦਾ ਇਸ਼ਤਿਹਾਰ ਜਾਰੀ ਕੀਤੇ ਸੀ, ਜੋ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਸਬੰਧਤ ਡੇਰਾ ਪ੍ਰੇਮੀਆਂ ਦੇ ਘਰਾਂ ਦੇ ਬਾਹਰ, ਪਿੰਡ ਦੀਆਂ ਸੱਥਾਂ ਵਿੱਚ, ਡੇਰਾ ਸਿਰਸਾ ਦੇ ਬਾਹਰ ਅਤੇ ਥਾਣਿਆਂ ਦੇ ਵਿੱਚ ਲਗਾ ਦਿੱਤੇ ਗਏ ਸਨ। ਇਸ਼ਤਿਹਾਰ ਵੱਖ-ਵੱਖ ਥਾਵਾਂ ਤੇ ਲਾਉਣ ਵਾਲੇ ਪੁਲਿਸ ਕਰਮਚਾਰੀ ਦੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਇਹਨਾਂ ਡੇਰਾ ਪ੍ਰੇਮੀਆਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਫਰੀਦਕੋਟ ਪੁਲਿਸ ਦੇ ਮੁਤਾਬਕ ਸੁਰੇਸ਼ ਕੁਮਾਰ ਦੀ ਅਦਾਲਤ ਦੇ ਵੱਲੋਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ, ਜਿਹੜੇ ਅੱਜ ਕੱਲ੍ਹ ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ ਰਹਿਣ ਵਾਲੇ ਦੱਸੇ ਜਾ ਰਹੇ ਨੇ, ਅਤੇ 18 ਜਨਵਰੀ 2021 ਨੂੰ ਭਗੌੜਾ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਹੁਣ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਹੈ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ। ਸੁਮੇਧ ਸੈਣੀ ਨੂੰ ਹਾਈ ਕੋਰਟ ਨੇ ਹੁਣ ਕੋਟਕਪੂਰਾ ਗੋਲੀकांड ਦੇ ਵਿੱਚ ਰਾਹਤ ਦੇ ਦਿੱਤੀ ਹੈ। ਸੈਣੀ ਦੇ ਖਿਲਾਫ ਦਰਜ FIR ਤੇ 23 ਮਾਰਚ ਤੱਕ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸੈਣੀ ਦੀ ਅਗਾਊਂ ਜ਼ਮਾਨਤ ਤੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਮਾਨਯੋਗ ਜੱਜ ਅਵਨੀਸ਼ ਝਿੰਗੜ ਨੇ ਇਹ ਆਦੇਸ਼ ਸੁਮੇਧ ਸੈਣੀ ਦੇ ਵੱਲੋਂ ਇਸ ਮਾਮਲੇ ਤੇ ਦਰਜ FIR ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਤੇ ਹੈ। ਦੱਸਣਾ ਬਣਦਾ ਕਿ ਬੀਤੇ ਸੋਮਵਾਰ ਨੂੰ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ
ਬਾਈਬਲ ਕਲਾਂ ਗੋਲੀकांड ਦੇ ਵਿੱਚ ਅਗਾਊਂ ਜ਼ਮਾਨਤ ਦਿੱਤੀ ਸੀ ਤੇ ਹੁਣ ਸੈਣੀ ਨੇ ਕੋਟ ਕਪੂਰਾ ਦੇ ਵਿੱਚ ਉਹਨਾਂ ਦੇ ਖਿਲਾਫ ਦਰਜ FIR ਵਿੱਚ ਵੀ ਉਹਨਾਂ ਨੂੰ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ। ਪਰ ਅਦਾਲਤ ਨੇ ਹੁਣ 23 ਤਰੀਕ ਤੱਕ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹੈ। ਅਗਲੀ ਖਬਰ ਸਿਆਸਤ ਨਾਲ ਜੁੜੀ ਖਬਰ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਇਸ ਵਕਤ ਮਮਤਾ ਬੈਨਰਜੀ ਵਾਸਤੇ ਵੀ ਅਤੇ ਦੂਸਰੇ ਪਾਸੇ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਵਾਸਤੇ ਵੀ ਵਿਆਪਕ ਇੱਜ਼ਤ ਦਾ ਸਵਾਲ ਬਣ ਗਈਆਂ ਨੇ ਕਿ ਜਿੱਤਣੀਆਂ ਲਾਜ਼ਮੀ ਨੇ। ਹੁਣ ਰਾਸ਼ਟਰੀ ਜਨਤਾ ਦਲ, ਜਿਸ ਨੂੰ RJD ਕਹਿੰਦੇ ਆ, ਸਪਾ ਭਾਵ ਸਮਾਜਵਾਦੀ ਪਾਰਟੀ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਮਮਤਾ ਬੈਨਰਜੀ ਨੂੰ ਬੰਗਾਲ ਦੀ ਅਸਲੀ ਸ਼ੇਰਨੀ ਦੱਸਦਿਆਂ ਸ਼ਿਵ ਸੈਨਾ ਨੇ ਤ੍ਰਿਣਮੂਲ ਕਾਂਗਰਸ ਨਾਲ ਇਕਜੁੱਟਤਾ ਦਿਖਾਉਣ ਦਾ ਸੰਕਲਪ ਵੀ ਲਿਆ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਕਿਹਾ ਸੀ ਕਿ ਉਹ ਪੱਛਮੀ ਬੰਗਾਲ ਦੇ ਵਿੱਚ ਚੋਣ ਮੁਕਾਬਲੇ ਵਿੱਚ ਉਤਰਨਗੇ। ਸ਼ਿਵ ਸੈਨਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਇੱਕ ਟਵੀਟ ਕਰਕੇ ਆਖਿਆ ਕਿ ਪੱਛਮੀ ਬੰਗਾਲ ਦੇ ਵਿੱਚ ਚੋਣ ਲੜਨ ਦਾ ਅਸੀਂ ਐਲਾਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਬਹੁਤ ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਸ਼ਿਵ ਸੈਨਾ ਬੰਗਾਲ ਵਿੱਚ ਚੋਣਾਂ ਲੜੇਗੀ ਜਾਂ ਨਹੀਂ। ਅਜਿਹੇ 'ਚ ਕਹਿੰਦੇ ਪਾਰਟੀ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉद्धਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਕਰ ਲਿਆ ਗਿਆ। ਸੰਜੇ ਰਾਉਤ ਨੇ ਕਿਹਾ ਕਿ ਇਸ ਵਕਤ ਦੀਦੀ ਬਨਾਮ ਹੋਰ ਸਾਰੇ ਦਾ ਮੁਕਾਬਲਾ ਪ੍ਰਤੀਤ ਹੋ ਰਿਹਾ ਹੈ। ਅਜਿਹੇ ਵਿੱਚ ਪਾਰਟੀ ਨੇ ਕਹਿੰਦੇ ਦੀਦੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਮਮਤਾ ਦੀਦੀ ਖਿਲਾਫ ਧਨ, ਬਲ ਅਤੇ ਮੀਡੀਆ ਦੀ ਵਰਤੋਂ ਕਹਿੰਦੇ ਇਸ ਵਕਤ ਖੁੱਲ੍ਹ ਕੇ ਕੀਤੀ ਜਾ ਰਹੀ ਹੈ। ਇਸ ਲਈ ਸ਼ਿਵ ਸੈਨਾ ਨੇ ਬੰਗਾਲ ਵਿੱਚ ਚੋਣ ਨਾ ਲੜਨ ਅਤੇ ਉਹਨਾਂ ਦੇ ਨਾਲ ਖੜਨ ਦਾ ਫੈਸਲਾ ਕਰ ਲਿਆ। ਉਹ ਕਹਿੰਦੇ ਅਸੀਂ ਮਮਤਾ ਬੈਨਰਜੀ ਦੀ ਜ਼ਬਰਦਸਤ ਸਫਲਤਾ ਦੀ ਕਾਮਨਾ ਕਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਕਿ ਜੇਕਰ ਕੋਈ ਸ਼ੇਰਨੀ ਹੈ ਤਾਂ ਬੰਗਾਲ ਦੀ ਅਸਲ ਸ਼ੇਰਨੀ ਮਮਤਾ ਬੈਨਰਜੀ ਹੈ। ਪਰ ਮਮਤਾ ਬੈਨਰਜੀ ਦਾ ਕਿਲਾ ਢਾਹੁਣ ਦੇ ਵਾਸਤੇ, ਕਿਲੇ ਦੇ ਕਿੰਗਰੇ ਢਾਹੁਣ ਦੇ ਵਾਸਤੇ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਵੇਖਾਂਗੇ ਨਤੀਜੇ ਕੀ ਕਹਿੰਦੇ ਆ। ਅਗਲੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੈ। ਬੜੀ ਮੰਦਭਾਗੀ ਖਬਰ ਮਿਲੀ ਹੈ ਕਿ ਇੱਕ ਹੋਰ ਕਿਸਾਨ ਦੀ ਜਾਨ ਇਸ ਅੰਦੋਲਨ ਲਈ ਕੁਰਬਾਨ ਹੋ ਗਈ ਹੈ। ਟਿਕਰੀ ਸਰਹੱਦ ਤੇ ਕਿਸਾਨ ਮੋਰਚੇ ਤੇ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਸੰਦਲੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਅਸਲ ਵਿੱਚ ਉਸ ਨੂੰ ਕੁਝ ਦਿਨ ਪਹਿਲਾਂ ਦਿੱਲੀ ਵਿਖੇ ਦੌਰਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਪਿੰਡ ਲਿਆਂਦਾ ਗਿਆ। ਉਹਨਾਂ ਦਾ ਇਸ ਵਕਤ ਇਲਾਜ ਚੱਲ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਮੌਤ ਤੋਂ ਬਾਅਦ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਮ੍ਰਿਤਕ ਕਿਸਾਨ ਦਾ ਨਾਮ ਹਰਨਾਮ ਸਿੰਘ ਅਤੇ ਉਮਰ ਲਗਭਗ 55 ਵਰ੍ਹੇ ਸੀ। ਹਰਨਾਮ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਲਗਭਗ 10 ਦਿਨ ਪਹਿਲਾਂ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸੀ। ਉੱਥੇ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਉੱਥੇ ਦਿਲ ਦਾ ਦੌਰਾ ਪਿਆ। ਇਲਾਜ ਵਾਸਤੇ ਉਹਨਾਂ ਨੂੰ ਪਿੰਡ ਲਿਆਂਦਾ ਗਿਆ। ਉਹਨਾਂ ਦੀ ਦਵਾਈ ਚੱਲ ਰਹੀ ਸੀ ਅਤੇ ਕੱਲ੍ਹ ਉਹ ਸਦੀਵੀ ਵਿਛੋੜਾ ਦੇ ਗਏ ਹਨ। ਬਹੁਤ ਸਾਰੀਆਂ ਜਾਨਾਂ, ਲਗਭਗ 300 ਦੇ ਕਰੀਬ ਇਹ ਅੰਕੜਾ ਢੁੱਕਣ ਵਾਲਾ ਹੈ। ਹਾਲੇ ਵੀ ਅੱਜ ਹੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਉੱਥੇ ਹੀ ਖੜੇ ਹੈ ਜਿੱਥੇ 22 ਜਨਵਰੀ ਨੂੰ ਖੜੇ ਸੀ। ਉਹਦੇ ਤੋਂ ਬਾਅਦ 26 ਜਨਵਰੀ ਦੀ ਘਟਨਾ ਵੀ ਵਾਪਰਦੀ ਹੈ। ਉਹਦੇ ਤੋਂ ਬਾਅਦ ਰਕੇਸ਼ ਟਕੈਤ ਦੇ ਹੰਝੂ ਵੀ ਡਿੱਗਦੇ ਹੈ। ਉਹਦੇ ਤੋਂ ਬਾਅਦ ਇੰਟਰਨੈਟ ਸੇਵਾਵਾਂ ਵੀ ਠੱਪ ਹੁੰਦੀਆਂ ਨੇ। ਉਹਦੇ ਤੋਂ ਬਾਅਦ ਕਿੱਲਾਂ ਵੀ ਗੱਡੀਆਂ ਜਾਂਦੀਆਂ ਨੇ। ਉਹਦੇ ਤੋਂ ਬਾਅਦ ਕੰਡਿਆਲੀਆਂ ਤਾਰਾਂ ਵੀ ਲਾਈਆਂ ਜਾਂਦੀਆਂ ਨੇ। ਉਹਦੇ ਤੋਂ ਬਾਅਦ ਮਹਾਪੰਚਾਇਤਾਂ ਵੀ ਹੁੰਦੀਆਂ ਨੇ। ਉਹਦੇ ਤੋਂ ਬਾਅਦ ਸਿੰਘੂ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ, ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਤੇ ਆਪਣੇ ਆਪ ਨੂੰ ਅਖੌਤੀ ਲੋਕ ਦੱਸਣ ਵਾਲੇ ਲੋਕ ਹਮਲਾ ਵੀ ਕਰਦੇ ਆ। ਉਸੇ ਦੌਰਾਨ ਰਣਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਧੂਹਿਆ ਵੀ ਜਾਂਦਾ ਹੈ। ਉਸੇ ਦੌਰਾਨ ਇੱਕ ਪੱਤਰਕਾਰ ਦੀ ਗ੍ਰਿਫਤਾਰੀ ਵੀ ਹੁੰਦੀ ਹੈ। ਬਹੁਤ ਕੁਝ ਵਾਪਰ ਗਿਆ। ਜੇਕਰ ਇਸ ਘਟਨਾ ਦਾ ਜਾਂ ਇਹਨਾਂ ਘਟਨਾਵਾਂ ਦਾ ਜ਼ਿਕਰ ਕਰਨਾ ਹੋਵੇ ਬਹੁਤ ਲੰਬਾ ਸਮਾਂ ਚਾਹੀਦਾ। ਪਰ ਤੋਮਰ ਸਾਹਿਬ ਹਾਲੇ ਵੀ 22 ਜਨਵਰੀ ਵਾਲੇ ਸਥਾਨ ਤੇ ਖੜੇ ਹੈ। ਕਦਮ ਅੱਗੇ ਵਧਾਉਣ ਦੀ ਜ਼ਰੂਰਤ ਹੈ। ਤੁਸੀਂ ਉਹਨਾਂ ਦੇ ਚੁਣੇ ਹੋਏ ਲੋਕ ਤੇ ਤੁਹਾਡੇ ਕੋਲੇ ਮੰਤਰਾਲੇ ਦੀ ਜ਼ਿੰਮੇਵਾਰੀ। ਇਸ ਮਸਲੇ ਨੂੰ ਹੱਲ ਕਰਨਾ ਤੁਹਾਡੀ ਇਖਲਾਕੀ ਵੀ ਅਤੇ ਤੁਹਾਡੀ ਸਿਆਸੀ ਵੀ ਦੋਵੇਂ ਜ਼ਿੰਮੇਵਾਰੀਆਂ ਨੇ ਤੇ ਉਹਨਾਂ ਜ਼ਿੰਮੇਵਾਰੀਆਂ ਤੋਂ ਕੰਮ ਲੈਣ ਦੀ ਇਸ ਵਕਤ ਜ਼ਰੂਰਤ ਹੈ। ਨਹੀਂ ਤਾਂ ਹੁਣ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਕਾਨੂੰਨਾਂ ਦੇ ਉੱਤੇ ਚਰਚਾਵਾਂ ਹੋਣ ਲੱਗੀਆਂ ਨੇ। ਆਉਣ ਵਾਲੇ ਸੋਮਵਾਰ ਨੂੰ ਦੇਖਦੇ ਹਾਂ ਕਿ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਉਹਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ। ਸੋ ਦੋਸਤੋ, ਇਹ ਅੱਜ ਦੀਆਂ ਕੁਝ ਖਬਰਾਂ ਨੇ।
ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਨੇ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ ਤੇ ਕਮੈਂਟ ਕਰਨ ਦੀ ਕੋਸ਼ਿਸ਼ ਵੀ ਕਰਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ, ਕਿਉਂਕਿ ਰੋਜ਼ਾਨਾ ਤੁਹਾਡੇ ਲਈ ਘੱਟ ਤੋਂ ਘੱਟ 2 ਪ੍ਰੋਗਰਾਮ, ਇਹ ਪ੍ਰੋਗਰਾਮ ਦਾ ਬੈਨੀਪਾਲ ਸ਼ੋਅ ਅਤੇ ਦੂਸਰਾ ਬ੍ਰਿਟਿਸ਼ ਕੋਲੰਬੀਆ ਦੇ ਸਮੇਂ ਦੇ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਵਿੱਚ ਰਾਤ ਦੇ 8:30 ਵਜੇ ਪ੍ਰੋਗਰਾਮ ਪੰਜਾਬ ਬੋਲਦਾ ਲਾਈਵ ਪੇਸ਼ ਕੀਤਾ ਜਾਂਦਾ ਹੈ। ਵੱਧ ਤੋਂ ਵੱਧ ਜੁੜਿਆ ਕਰੋ ਤਾਂ ਕਿ ਵਿਚਾਰ ਵਟਾਂਦਰਾ ਕਰਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਇੱਕ ਦੂਸਰੇ ਨਾਲ ਵਿਚਾਰ ਸਕਿਆ ਕਰੀਏ। ਸੋ ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।